परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। बाबा श्री चंद जी ਜਦੋਂ ਮਮੂਨ ਤੋਂ ਚੱਲ ਕੇ ਰਾਵੀ 'ਤੇ ਪਹੁੰਚੇ ਤਾਂ ਉਹਨਾਂ ਨੂੰ ਇੱਕ ਸਾਧੂ ਮਿਲਿਆ ਤੇ ਉਸਨੇ ਕਿਹਾ ਕਿ ਆਪ ਤਾਂ ਕਰਨ ਕਾਰਨ ਸਮਰੱਥ ਹੋ। ਜਿਹੜਾ ਚੰਬੇ ਦੇ ਵਿੱਚ ਇੱਕ ਕੰਨ-ਪਾਟਾ ਜੋਗੀ ਚਰਪਟਨਾਥ ਰਹਿੰਦਾ ਹੈ, ਉਸਨੇ ਆਪਣੀ ਮੰਤਰੀ ਤਾਕਤ ਦੇ ਨਾਲ ਰਾਜੇ ਨੂੰ ਵਸ ਕਰ ਰੱਖਿਆ ਹੈ, ਜਿਸ ਨੇ ਮਲਾਹ ਨੂੰ ਵੀ ਇਹ ਆਖ ਦਿੱਤਾ ਹੋਇਆ ਹੈ ਕਿ ਕਿਸੇ ਸਾਧੂ ਸਰੂਪ ਨੂੰ ਤੂੰ ਬੇੜੀ 'ਤੇ ਬਿਠਾਲ ਕੇ ਪਾਰ ਨਹੀਂ ਕਰਨਾ। ਬਾਬਾ ਜੀ ਉਸ ਸਾਧੂ ਦੀ ਗੱਲ ਸੁਣ ਕੇ ਉਸ ਮਲਾਹ ਦੇ ਕੋਲ ਪਹੁੰਚੇ ਤੇ ਮਲਾਹ ਨੂੰ ਪਾਰ ਹੋਣ ਵਾਸਤੇ ਆਖਿਆ, ਸਾਨੂੰ ਪਾਰ ਕਰ ਦੇ। ਤਾਂ ਉਸਨੇ ਟਾਲਣ ਵਾਸਤੇ ਆਖਿਆ ਕਿ ਪਾਣੀ ਦਾ ਬਹੁਤ ਜ਼ੋਰ ਹੈ, ਬੇੜੀ ਪਾਰ ਨਹੀਂ ਕਰ ਸਕਦੀ। ਉਸ ਵਕਤ ਬਾਬਾ ਸ਼੍ਰੀ ਚੰਦ ਜੀ ਇੱਕ ਸਿਲਾ ਦੇ ਉੱਪਰ ਖੜੇ ਸਨ। ਬਾਬਾ ਜੀ ਨੇ ਸਿਲਾ ਨੂੰ ਹੁਕਮ ਕੀਤਾ ਕਿ ਚੰਗਾ, ਤੂੰ ਹੀ ਸਾਨੂੰ ਪਾਰ ਕਰਨਾ ਹੈ, ਚੱਲ ਕੇ ਚਰਪਟ ਜੋਗੀ ਦਾ ਪਤਾ ਕਰ ਲਈਏ। ਜਿਸ ਤਰ੍ਹਾਂ ਹੀ ਸਿਲਾ ਨੇ ਬਾਬਾ ਜੀ ਦਾ ਹੁਕਮ ਸੁਣਿਆ, ਸਿਲਾ ਬਾਬਾ ਜੀ ਨੂੰ ਲੈ ਕੇ ਚੱਲ ਪਈ ਤੇ ਬਾਬਾ ਜੀ ਸਿਲਾ 'ਤੇ ਤਰ ਕੇ ਪਾਰ ਹੋ ਕੇ ਅਗਲੇ ਪਾਸੇ ਜਾ ਖੜੇ ਹੋਏ। ਮਲਾਹ ਇਸ ਕੌਤਕ ਨੂੰ ਵੇਖ ਕੇ ਹੈਰਾਨ ਵੀ ਸੀ ਤੇ ਸੋਚਦਾ ਵੀ ਸੀ ਕਿ ਮੇਰੇ ਪਾਸੋਂ ਭੁੱਲ ਹੋ ਗਈ ਹੈ, ਜੋ ਹੋਣੀ ਨਹੀਂ ਸੀ ਚਾਹੀਦੀ। ਬਾਬਾ ਸ਼੍ਰੀ ਚੰਦ ਜੀ ਉਸ ਚਰਪਟ ਜੋਗੀ ਕੋਲ ਪੁੱਜੇ ਤਾਂ ਬਾਬਾ ਜੀ ਨੂੰ ਜਦ ਵੇਖਿਆ ਕਿ ਇਹ ਉਹੀ ਆ ਗਏ ਹਨ ਜਿਨ੍ਹਾਂ ਕੋਲੋਂ ਮੈਂ ਨਮੋਸ਼ੀ ਖੱਟ ਕੇ ਨਿਕਲਿਆ ਸਾਂ, ਪਰ ਸਹਿਮਦਾ ਹੋਇਆ ਅੱਗੇ ਆਇਆ, ਬਾਬਾ ਜੀ ਨੂੰ ਨਮਸਕਾਰ ਕੀਤਾ ਤਾਂ ਬਾਬਾ ਜੀ ਨੇ ਆਖਿਆ ਕਿ ਤੈਨੂੰ ਯਾਦ ਹੋਣਾ ਹੈ ਕਿ ਜਦ ਤੂੰ ਬਾਹਠ ਤੋਂ ਵੀ ਇਹਨਾਂ ਖਸਲਤਾਂ ਤੋਂ ਨਿਕਲਿਆ ਸੀ, ਪਰ ਤੂੰ ਅਜੇ ਵੀ ਸੁਧਰਿਆ ਨਹੀਂ ਹੈ। ਹੁਣ ਤੂੰ ਦੱਸ ਕਿ ਇੱਥੋਂ ਕਿੱਧਰ ਨੂੰ ਤੂੰ ਜਾਣਾ ਹੈ। ਉਸਨੇ ਆਪਣੀਆਂ ਗਲਤੀਆਂ ਦੀ ਮਾਫੀ ਮੰਗੀ ਤੇ ਇੱਥੋਂ ਵੀ ਕਿਧਰੇ ਰਵਾਨਾ ਹੋ ਗਿਆ। ਇਤਿਹਾਸ ਦੱਸਦਾ ਹੈ ਕਿ ਪਹਿਲੇ ਸਾਧੂ ਇਸ ਸਥਾਨ ਦੀ ਸੇਵਾ ਕਰਿਆ ਕਰਦਾ ਸੀ, ਬਾਅਦ ਵਿੱਚ ਉਸਨੇ ਗ੍ਰਹਿਸਥ ਧਾਰਨ ਕਰ ਲਿਆ, ਜੋ ਹੁਣ ਉਸਦੇ ਪਰਿਵਾਰ ਵਿੱਚੋਂ ਸੇਵਾ ਕਰ ਰਹੇ ਹਨ। ਉਪਰੰਤ ਚੰਬੇ ਦੇ ਰਾਜੇ ਨੂੰ ਜਦ ਬਾਬਾ ਸ਼੍ਰੀ ਚੰਦ ਜੀ ਦੇ ਆਉਣ ਦਾ ਪਤਾ ਲੱਗਿਆ ਕਿ ਇੱਕ ਮਹਾਤਮਾ ਕਥਨੀ ਦੇ ਪੂਰੇ ਇੱਥੇ ਆਏ ਹਨ, ਜਿਸ ਦੇ ਘਰ ਕੋਈ ਪੁੱਤਰ ਨਹੀਂ ਸੀ ਹੋਇਆ, ਤਾਂ ਉਸ ਦੀ ਭਾਵਨਾ ਸੀ ਕਿ ਮੈਂ ਧੂਣੇ 'ਤੇ ਚੱਲ ਕੇ ਦਰਸ਼ਨ ਕਰਾਂ ਤੇ ਪੁੱਤਰ ਦੀ ਦਾਤ ਦਾ ਸਵਾਲ ਵੀ ਕਰਾਂ। ਸਾਧੂ ਰੱਬ ਦਾ ਰੂਪ ਹੋਇਆ ਕਰਦੇ ਹਨ, ਰੇਖ ਵਿੱਚ ਮੇਖ ਮਾਰ ਸਕਦੇ ਹਨ। ਤਾਂ ਰਾਣੀ ਨੂੰ ਨਾਲ ਲੈ ਕੇ ਧੂਣੇ 'ਤੇ ਆਏ ਤੇ ਬਾਬਾ ਜੀ ਨੂੰ ਨਮਸਕਾਰ ਕੀਤੀ। ਰਾਜੇ ਅਤੇ ਰਾਣੀ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਆਪ ਜੀ ਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ, ਜੋ ਆਪ ਜੀ ਨੇ ਪੱਥਰ ਦੀ ਸਿੱਲ ਵੀ ਪਾਣੀ ਉੱਤੇ ਤਾਰ ਦਿੱਤੀ ਹੈ। ਹੁਣ ਆਪ ਸਾਡੇ ਉੱਤੇ ਵੀ ਕਿਰਪਾ ਕਰੋ ਤੇ ਸਾਡੇ ਕਰਮਾਂ ਦਾ ਬੇੜਾ ਵੀ ਤਾਰ ਦਿਓ। ਆਪ ਤਾਰਨਹਾਰ ਹੋ, ਅਸੀਂ ਜਗਤ ਤੋਂ ਵਾਂਝੇ ਜਾ ਰਹੇ ਹਾਂ। ਇਹ ਰਾਜ ਭਾਗ ਕਿਸੇ ਵੀ ਕੰਮ ਨਹੀਂ ਹੈ। ਇਸ ਜਗਤ ਉੱਤੇ ਪੁੱਤਰ ਹੀ ਨਿਸ਼ਾਨ ਹੋਇਆ ਕਰਦੇ ਹਨ। ਮਹਾਰਾਜ ਜੀ, ਸਾਡਾ ਨਿਸ਼ਾਨ ਲਾਓ। ਇੱਕ ਪੁੱਤਰ ਦੀ ਖੈਰ ਭਿਖਾਰੀਆਂ ਦੀ ਝੋਲੀ ਵਿੱਚ ਪਾ ਦਿਓ। ਔਂਤਰਿਆਂ ਤੋਂ ਸਾਨੂੰ ਸੌਂਤਰੇ ਆਪ ਹੀ ਕਰ ਸਕਦੇ ਹੋ, ਸੋ ਬਾਬਾ ਜੀ ਕਰ ਦਿਓ ਜੀ। ਰਾਜੇ ਤੇ ਰਾਣੀ ਦੀ ਗੱਲ ਸੁਣ ਕੇ ਬਾਬਾ ਜੀ ਮਿਹਰਾਂ ਵਿੱਚ ਆਏ ਤਾਂ ਦੋ ਪੁੱਤਰਾਂ ਦਾ ਵਰ ਦਿੱਤਾ ਕਿ ਰਾਜਨ, ਤੁਸੀਂ ਰਾਜਾ ਰਾਣੀ ਦੋਨੋਂ ਹੀ ਆਏ ਹੋ, ਅਸੀਂ ਤੁਹਾਨੂੰ ਦੋਨਾਂ ਨੂੰ ਹੀ ਇੱਕ ਇੱਕ ਪੁੱਤਰ ਦਾ ਬਚਨ ਦੇ ਰਹੇ ਹਾਂ। ਜਾਓ, ਮੰਦਰੀ ਜਾ ਕੇ ਆਨੰਦ ਮਾਣੋ। ਬਾਬਾ ਸ਼੍ਰੀ ਚੰਦ ਜੀ ਦੇ ਬਚਨਾਂ ਨਾਲ ਰਾਜੇ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਬਹੁਤ ਖੁਸ਼ੀਆਂ ਮਨਾ ਕੇ ਦਾਨ ਪੁੰਨ ਕੀਤੇ। ਰਾਜੇ ਨੇ ਬਾਬਾ ਜੀ ਦੇ ਧੂਣੇ ਦੇ ਨਾਂ 'ਤੇ ਕੁਝ ਜ਼ਮੀਨ ਵੀ ਲਵਾ ਦਿੱਤੀ, ਜੋ ਅੱਜ ਤੱਕ ਵੀ ਕਾਇਮ ਹੈ। ਉੱਥੇ ਬਹੁਤ ਸੋਹਣਾ ਮੰਦਰ ਵੀ ਹੈ, ਜਿੱਥੇ ਪੁੱਤਰਾਂ ਦੀ ਲੋਕੀ ਸੁਖਣਾ ਸੁਖਦੇ ਹਨ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇੱਕ ਦਿਨ ਦੌਲਤ ਖਾਨ ਨਵਾਬ ਨੇ ਜੈ ਰਾਮ ਜੀ ਨੂੰ ਸੱਦਿਆ ਤੇ ਬਚਨ ਬਿਲਾਸ ਚੱਲ ਪਏ ਕਿ 2-4 ਮਹੀਨੇ ਮੈਨੂੰ ਸੁਣਦਿਆਂ ਹੋ ਗਏ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਜੋ ਪੁੱਤਰ ਜੰਮਿਆ ਹੈ, ਦੁਨੀਆ ਬਹੁਤ ਤਾਰੀਫ ਕਰ ਰਹੀ ਹੈ ਕਿ ਉਸ ਦੇ ਸੱਜੇ ਕੰਨ ਵਿੱਚ ਜਮਾਂਦਰੂ ਹੀ ਮਾਸ ਦਾ ਮੁੰਦਰਾ ਹੈ, ਸਰੀਰ 'ਤੇ
ਵਿਭੂਤੀ ਮਲੀ ਹੋਈ ਦਾ ਚਿੰਨ੍ਹ ਹੈ। ਸਿਰ 'ਤੇ ਸੁਨਹਿਰੀ ਬਵਰਾਨਾ ਹਨ ਅਤੇ ਸਾਧੂ ਭਿਖਾਰੀ ਨੂੰ ਮੁੱਠੀ ਛੋਲਿਆਂ ਦੀ ਉਸਦੇ ਕਾਸੇ ਵਿੱਚ ਜਦ ਪਾਈ ਤਾਂ ਉਹ ਹੀਰੇ ਮੋਤੀ ਜਵਾਹਰਾਤ ਬਣ ਗਏ ਸਨ। ਇਹ ਗੱਲ ਠੀਕ ਹੈ ਜਾਂ ਨਹੀਂ? ਸ਼ਹਿਰ ਵਿੱਚ ਸਾਰੇ ਹੀ ਇਹ ਚਰਚਾ ਹੋ ਰਹੀ ਹੈ ਕਿ ਤੇਰੇ ਮੋਦੀ ਨਾਨਕ ਦਾ ਸਾਹਿਬਜ਼ਾਦਾ ਬੜੀ ਕਰਨੀ ਦਾ ਮਾਲਕ ਹੈ। ਕੋਈ ਉਸ ਨੂੰ ਭੰਡਾਰੀ ਆਖ ਰਿਹਾ ਹੈ, ਕੋਈ ਖੁਦਾ ਹੀ ਆਖ ਰਿਹਾ ਹੈ। ਜੈ ਰਾਮ ਜੀ ਨੇ ਆਖਿਆ ਕਿ ਸਭ ਸੱਚ ਹੈ। ਅਸੀਂ ਤਾਂ ਉਹਨਾਂ ਦੋਨਾਂ ਹੀ ਪਿਓ ਪੁੱਤਰਾਂ ਨੂੰ ਖੁਦਾ ਪ੍ਰਭੂ ਹੀ ਜਾਣ ਰਹੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਨਹੀਂ ਤਾਂ ਤੁਸੀਂ ਆਪ ਚੱਲ ਕੇ ਦਰਸ਼ਨ ਕਰ ਲਓ। ਤਾਂ ਨਵਾਬ ਨੇ ਆਖਿਆ ਕਿ ਜੇਕਰ ਇਹ ਗੱਲ ਸੱਚੀ ਵੇਖਾਂਗਾ ਤਾਂ ਮੈਂ ਵੀ ਉਹਨਾਂ ਦਾ ਮੁਰੀਦ ਹੋ ਜਾਵਾਂਗਾ। ਚਲੋ ਚੱਲ ਕੇ ਸਵਾਲ ਕਰੀਏ। ਨਵਾਬ ਨੇ ਕਾਜ਼ੀ ਕੋਲ ਵੀ ਗੱਲ ਕੀਤੀ ਤਾਂ ਕਾਜ਼ੀ ਨੇ ਵੀ ਆਖਿਆ ਕਿ ਉਹ ਖੁਦ ਹੀ ਬਾਬਾ ਆਦਮ ਹੀ ਨਾਨਕ ਦੇ ਘਰ ਵਿੱਚ ਆਇਆ ਹੈ, ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਨਵਾਬ ਦੌਲਤ ਖਾਂ ਨੇ ਕਾਜ਼ੀ ਨੂੰ ਆਖਿਆ ਕਿ ਕਾਜ਼ੀ ਨੇ ਆਖਿਆ ਕਿ ਤੁਸੀਂ ਪਾਤਸ਼ਾਹ ਹੋ, ਉਹ ਅਜੇ 8-7 ਸਾਲਾਂ ਦਾ ਬੱਚਾ ਹੈ, ਕੀ ਤੁਸੀਂ ਉਸ ਦੇ ਪਾਸ ਜਾਂਦੇ ਸ਼ੋਭਦੇ ਹੋ? ਤਾਂ ਨਵਾਬ ਨੇ ਕਾਜ਼ੀ ਨੂੰ ਆਖਿਆ ਕਿ ਜ਼ਰੂਰ ਚੱਲਾਂਗੇ। ਅਜੇ ਹੁਣ ਤੁਸੀਂ ਉਸ ਨੂੰ ਬਾਬਾ ਆਦਮ ਆ ਗਿਆ ਕਹਿ ਰਹੇ ਸੀ, ਹੁਣ ਤੁਸੀਂ ਆਮ ਬਾਲਕਾਂ ਦੇ ਵਾਂਗ ਬਾਲਕ ਦੱਸ ਰਹੇ ਹੋ। ਇਹ ਕੀ ਗੱਲ ਹੋਈ ਭਲਾ? ਆਪਾਂ ਤਾਂ ਜ਼ਰੂਰ ਹੀ ਜਾਵਾਂਗੇ, ਰੁਕਾਂਗੇ ਨਹੀਂ। ਨਵਾਬ ਦੇ ਨਾਲ 5 ਹੋਰ ਸਵਾਰ ਗਏ ਸਨ। 6ਵਾਂ ਕਾਜੀ ਸੀ, 7ਵੇਂ ਖੁਦ ਨਵਾਬ ਅਤੇ 8ਵੇਂ ਭਾਈ ਜੈ ਰਾਮ ਜੀ ਸੀ। ਤੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਕੋਲ ਆਣ ਪਹੁੰਚੇ। ਅੱਗੇ ਬਾਬਾ ਜੀ ਬੇਰ ਦੇ ਹੇਠ ਬੈਠੇ ਸਨ, ਕੁਝ ਹੋਰ ਸੰਗਤ ਵੀ ਬੈਠੀ ਸੀ। ਤੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਪੁੱਜ ਗਏ। ਅੱਗੇ ਬਾਬਾ ਜੀ ਬੇਰ ਦੇ ਹੇਠ ਬੈਠੇ ਸਨ, ਕੁਝ ਹੋਰ ਸੰਗਤ ਵੀ ਬੈਠੀ ਸੀ। ਤਾਂ ਨਜ਼ਰਾਂ ਦੇ ਨਾਲ ਹੀ ਨਵਾਬ ਨੇ ਨਮਸਕਾਰ ਕੀਤੀ। ਸਾਰੇ ਹੀ ਬੈਠ ਗਏ। ਤਾਂ ਨਵਾਬ ਨੇ ਪਹਿਲਾਂ ਹੀ ਇੱਕ ਸਵਾਲ ਕਰ ਦਿੱਤਾ ਕਿ ਅਸਲ ਸੂਰਮਾ ਕੌਣ ਹੈ? ਬਾਬਾ ਸ਼੍ਰੀ ਚੰਦ ਜੀ ਨੇ ਉੱਤਰ ਦਿੱਤਾ ਕਿ ਸੂਰਮਾ ਉਹੀ ਹੈ ਜੋ ਦੁਖਾਇਆ ਵੀ ਨਾ ਦੁਖੇ। ਸੂਰਮਾ ਉਹੀ ਹੈ ਜਿਸ ਨੇ ਆਪਣੇ ਨਫਸ ਨੂੰ ਜਿੱਤ ਲਿਆ ਹੋਵੇ, ਸਹਿਣਤਾਈ ਹੋਵੇ, ਦਾਵਨ ਧਰਮ ਨੂੰ ਬਚਾ ਕੇ ਰੱਖੇ, ਸ਼ਾਂਤੀ ਸਰੂਪ ਹੋਵੇ ਤੇ ਅੰਤ ਦੇ ਵੇਲੇ ਮਨ ਸ਼ਤਰੂ ਨੂੰ ਹਾਰ ਦੇਵੇ। ਨਵਾਬ ਨੇ ਦੂਸਰਾ ਸਵਾਲ ਕੀਤਾ ਕਿ ਧੀਰਜਵਾਨ ਕੌਣ ਹੈ? ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਅਸੀਂ ਪਹਿਲੇ ਹੀ ਦੱਸ ਦਿੱਤਾ ਹੈ ਕਿ ਸਹਿਣ ਸ਼ਕਤੀ ਹੋਵੇ, ਧੀਰਜ ਕਰਕੇ ਸੋਚ ਵਿਚਾਰ ਕੇ ਅੱਗੇ ਚੱਲੇ, ਉਸ ਵਿਕਾਰ ਦੇ ਆਉਣ 'ਤੇ ਜਲਦੀ ਨਾਲ ਵਿਕਾਰ ਵਾਲੇ ਪਾਸੇ ਇੱਕ ਕਦਮ ਵੀ ਨਾ ਚੁੱਕੇ। ਉਹ ਧੀਰਜਵਾਨ ਹੈ, ਬਹਾਦਰ ਸੂਰਮਾ ਵੀ ਹੈ। ਜਾਣੀ ਜਾਣ ਬਾਬਾ ਜੀ ਨੇ ਉਸ ਦੀ ਗੁਪਤ ਆਵਾਜ਼ ਨੂੰ ਵੀ ਜਾਣ ਲਿਆ ਸੀ। ਇਸ ਨੇ ਆਖਿਆ ਸੀ ਕਿ ਜੇਕਰ ਮੇਰੇ ਸਵਾਲ ਦਾ ਉਹ ਉੱਤਰ ਨਾ ਦੇ ਸਕੇ ਤਾਂ ਮੈਂ ਚਲਾਨ ਕਰ ਦਿਆਂਗਾ। ਪਰ ਨਵਾਬ ਨੇ ਕਾਫੀ ਸਵਾਲ ਕੀਤੇ, ਸਭ ਦੇ ਪੂਰੇ ਉੱਤਰ ਮਿਲੇ। ਬਾਬਾ ਜੀ ਨੇ ਸੁਣਾ ਦਿੱਤਾ ਕਿ ਤੂੰ ਕਹਿੰਦਾ ਸੈਂ ਕਿ ਨਹੀਂ ਤਾਂ ਮੈਂ ਚਲਾਨ ਕਰ ਦਿਆਂਗਾ, ਕਰਨਾ ਤਾਂ ਕਰ ਸਕਦੇ ਹੋ। ਇਹ ਸੁਣਦਿਆਂ ਸਾਰ ਹੀ ਨਵਾਬ ਨੇ ਹੱਥ ਜੋੜ ਕੇ ਮਾਫੀ ਮੰਗੀ ਤੇ ਅੱਗੇ ਤੋਂ ਪੂਰਾ ਮੁਰੀਦ ਹੋ ਗਿਆ। ਮੌਲਵੀ ਨੇ ਬਹੁਤ ਸਵਾਲ ਕੀਤੇ ਪਰ ਬਾਬਾ ਜੀ ਨੇ ਮੌਲਵੀ ਦਾ ਵੀ ਚੰਗਾ ਘਰ ਪੂਰਾ ਕੀਤਾ। ਮੌਲਵੀ ਵੀ ਚਰਨਾਂ 'ਤੇ ਸਜਦੇ ਕਰਨ ਲੱਗ ਪਿਆ। ਸਭ ਸ਼ਹਿਰ ਵਾਸੀਆਂ ਨੇ ਆ ਕੇ ਬਾਬਾ ਜੀ ਦੇ ਦਰਸ਼ਨ ਕੀਤੇ। ਨਮਸਕਾਰਾਂ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਬਾਬਾ ਜੀ ਨੇ ਸਭ ਨੂੰ ਸੇਵਾ ਭਗਤੀ ਦਾ ਉਪਦੇਸ਼ ਦਿੱਤਾ। ਸਤਸੰਗ ਹੋਇਆ ਤੇ ਆਰਤੀ ਹੋਈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।